हाँ जी। वाहिगुरू जी का खालसा वाहिगुਰੂ जी के फतेह। ਦਾਸ ਜਗਦੀਸ਼ ਸਿੰਘ ਇੱਥੋਂ ਯੂਕੇ ਤੋਂ। ਦਾਸ ਮੌਜੂਦਾ ਹਾਲਾਤ ਜੋ ਪੰਜਾਬ ਦੇ ਵਿੱਚ ਸਤਿਕਾਰ ਕਮੇਟੀ ਔਰ ਹੋਰ ਪੰਥਕ ਜਥੇਬੰਦੀਆਂ ਵੱਲੋਂ ਇੱਕ ਸਾਂਝਾ ਮੋਰਚਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲਾਇਆ ਜਾ ਰਿਹਾ ਹੈ। 338 ਜੋ ਸਰੂਪ ਮਹਾਰਾਜ ਦੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਗੁੰਮ ਹੋ ਚੁੱਕੇ ਨੇ, ਅਲੋਪ ਹੋ ਚੁੱਕੇ ਨੇ। ਅਲੋਪ ਵੀ ਇੱਕ ਐਸਾ ਲਫ਼ਜ਼ ਹੈ ਜਿਹੜਾ ਕਿ ਪੇਸ਼ ਕੀਤਾ ਜਾ ਰਿਹਾ ਹੈ, ਲੇਕਿਨ ਸਭ ਨੂੰ ਪਤਾ ਹੈ ਅਲੋਪ ਨਹੀਂ ਹੋਏ ਹਨ। ਉਹਨਾਂ ਦੀ ਉਹ ਗੁਰੂ ਮਹਾਰਾਜ ਦੇ ਸਰੂਪਾਂ ਦੀ ਗਲਤ ਵਰਤੋਂ ਹੋਈ ਹੈ, ਦੁਰਵਰਤੋਂ ਹੋਈ ਹੈ। ਉਹਨਾਂ ਨੂੰ ਆਸ-ਪਾਸ ਨਿਖੇਧੀ ਦੇ ਨਾਲ, ਲਾਲਚਾਂ ਦੇ ਨਾਲ ਉਹਨਾਂ ਨੂੰ ਇੱਧਰ ਉੱਧਰ ਕਰ ਦਿੱਤੇ ਗਏ ਹਨ। ਤਾਂ ਉਹਨਾਂ ਦੇ ਸੰਬੰਧੀ ਜੋ ਮੌਜੂਦਾ ਇੱਕ ਬਹੁਤ ਹੀ ਨਾਕਾਮ, ਕਰਪਟ, ਭ੍ਰਿਸ਼ਟਾਚਾਰ ਭਰੀ ਔਰ ਬਾਦਲ ਪਰਿਵਾਰ ਦੀ ਗੁਲਾਮ ਔਰ ਬਾਦਲ ਪਰਿਵਾਰ ਦੀ ਚਲਾਈ ਹੋਈ ਇੱਕ ਖੇਡ ਵਜੋਂ ਸ਼੍ਰੋਮਣੀ ਕਮੇਟੀ ਜੋ ਇੱਕ ਪੰਥਕ ਸ਼ਕਤੀ ਸੀ, ਇੱਕ ਸਮੇਂ ਪੰਥਕ ਸ਼ਕਤੀ ਸੀ ਪਰ ਹੁਣ ਨਹੀਂ ਹੈ, ਉਹਨੂੰ ਇੱਕ ਵਰਤਿਆ ਜਾ ਰਿਹਾ ਹੈ ਕਿ ਪੰਥ ਦੇ ਵਿੱਚ ਐਸਾ ਬੁਰੀ ਤਰ੍ਹਾਂ ਖਲਵਾਰ ਕਰਨ। ਸੋ ਜੋ ਮੋਰਚਾ, ਸਾਡੀ ਬੇਨਤੀ ਹੈ ਕੇਸਰੀ ਲਹਿਰ ਯੂਕੇ ਵੱਲੋਂ ਕਿ ਜੋ ਮੋਰਚਾ ਚਲਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਸਤਿਕਾਰ ਕਮੇਟੀ ਪੰਜਾਬ ਦੀ ਜਿਨ੍ਹਾਂ ਨੇ ਮੁੱਢਲੇ ਕਦਮ ਚੁੱਕੇ ਹਨ, ਉਹਨਾਂ ਦਾ ਬਹੁਤ ਹੀ ਸ਼ਾਬਾਸ਼, ਬਹੁਤ ਹੀ ਉਹਨਾਂ ਨੂੰ ਸ਼ਕਤੀ ਹੋਵੇ, ਸ਼ਕਤੀ ਮਿਲੇ, ਸਾਰਾ ਪੰਥ ਉਹਨਾਂ ਨੂੰ ਸਾਥ ਦੇਵੇ। ਨਾਲ ਸੰਬੰਧਿਤ ਪੰਥਕ ਜਥੇਬੰਦੀਆਂ, ਨਿਹੰਗ ਦਲ ਖਾਲਸਾ, ਹੋਰ ਆਸ-ਪਾਸ ਗਰੁੱਪ ਜਿਹੜੇ ਨੇ ਪੰਥ ਦੇ, ਸਾਰੇ ਰਲ ਮਿਲ ਕੇ ਇੱਕ ਪੰਥ ਇਕਮੁੱਠ ਹੋ ਕੇ ਇੱਕ ਮੁੱਠ ਦੀ ਸ਼ਕਤੀ ਦੇ ਨਾਲ ਇਹ ਜੋ ਸਰੂਪਾਂ ਦੇ ਸੰਬੰਧੀ ਜੋ ਆਵਾਜ਼ ਉਠਾ ਰਹੇ ਨੇ, ਜੋ ਰੋਸ ਉਠਾ ਰਹੇ ਨੇ, ਜੋ ਇਸ ਭੈੜੀ ਘਟੀਆ ਕਿਸਮ ਦੀ ਸੋਚ ਵਾਲੇ ਵਿਅਕਤੀ ਗੋਬਿੰਦ ਲੌਂਗੋਵਾਲ ਔਰ ਉਹਦੇ ਨਾਲ ਸਾਥੀ ਚੋਰ, ਠੱਗ, ਬੇਈਮਾਨ ਸੋਚ ਵਾਲੀ, ਬੇਈਮਾਨ ਨੀਅਤ ਵਾਲੇ ਜੋ ਬਾਦਲ ਦੇ ਨਾਲ ਰਲ ਮਿਲ ਕੇ ਜਾਂ ਅਲੱਗ ਹੋ ਕੇ, ਗੱਲ ਉਹੀ ਹੈ, ਉੱਥੇ ਆ ਜਾਂਦੀ ਹੈ ਕਿ ਇਹਨਾਂ ਨੇ ਪੰਥ ਦੇ ਨਾਲ ਜੋ ਧੋਖੇਬਾਜ਼ੀਆਂ, ਖਰਾਬੀਆਂ ਅੰਦਰੋਂ, ਘਰ ਦੇ ਅੰਦਰੋਂ ਹੀ ਬੈਠ ਕੇ, ਪੰਥ ਦੇ ਅੰਦਰਲੇ ਘਰ ਦੇ ਵਿੱਚੋਂ ਬੈਠ ਕੇ ਪੰਥ 'ਤੇ ਐਸੇ ਹਮਲੇ ਕਰ ਰਹੇ ਹੈ। ਔਰ ਬਾਹਰਲੀ ਜਿਹੜੀ ਸ਼ਕਤੀ ਦਿੱਲੀ ਬੈਠੀ ਹੈ ਸਾਡੀ ਦੁਸ਼ਮਣ ਸ਼ਕਤੀ ਜੋ ਬੈਠੀ ਹੈ, ਜੋ ਪਿਛਲੇ ਕਈ ਦਹਾਕਿਆਂ ਤੋਂ ਸਾਨੂੰ ਅੱਖਾਂ ਵਿਖਾਉਂਦੀ ਜਾ ਰਹੀ ਹੈ, ਜੋ ਕਰਦੀ ਜਾ ਰਹੀ ਹੈ ਇੱਕ ਹਿੰਦੂ ਬ੍ਰਾਹਮਣਵਾਦ ਸ਼ਕਤੀ, ਜੋ ਸਿੱਖੀ ਦੀ, ਪੰਜਾਬੀਅਤ ਦੀ, ਸਿੱਖੀ ਦੀ ਇੱਕ ਪੱਕੀ ਦੁਸ਼ਮਣ ਹੈ। ਦੁਸ਼ਮਣ ਆਪਣੇ ਆਪ ਨੂੰ ਸਾਬਤ ਕਰ ਚੁੱਕੀ ਹੈ ਵਾਰ-ਵਾਰ। ਉਹ ਗੱਲ ਮੁੜ ਦੁਹਰਾਉਣ ਦੀ ਲੋੜ ਨਹੀਂ। ਜੋ ਇੱਕ ਸਿੱਧੇ ਤੌਰ 'ਤੇ ਸਾਡੀ ਬੋਲੀ ਦੀ, ਸਾਡੀ ਹੋਂਦ ਦੀ, ਸਾਡੀ ਖੁਦਮੁਖਤਿਆਰੀ ਦੀ, ਸਾਡੀ ਕੌਮੀਅਤ ਦੀ, ਸਾਡੀ ਧਰਤੀ ਦੀ ਦੁਸ਼ਮਣ ਹੈ, ਉਹ ਦੁਸ਼ਮਣ ਰਹੇਗੀ। ਔਰ ਦੁਸ਼ਮਣ ਚੱਲਦੀ ਆ ਰਹੀ ਹੈ ਜਦ ਤੋਂ ਹੀ ਗੁਰੂ ਨਾਨਕ ਨੇ ਪੰਜਾਬ ਦੇ ਵਿੱਚ ਸਿੱਖੀ ਦਾ ਇਨਕਲਾਬ ਸ਼ੁਰੂ ਕੀਤਾ। ਔਰ ਜਦ ਤੋਂ ਹੀ 10 ਗੁਰੂਆਂ ਨੇ, ਪਹਿਲੇ ਗੁਰੂ ਨਾਨਕ ਜੀ ਤੋਂ ਹੀ, ਜਦੋਂ ਪੰਜਾਬੀਆਂ ਨੂੰ ਉਜਾਗਰ ਕੀਤਾ ਜਾ ਰਿਹਾ ਸੀ, ਪੰਜਾਬੀਆਂ ਨੂੰ ਉੱਚਾ ਕੀਤਾ ਜਾ ਰਿਹਾ ਸੀ, ਪੰਜਾਬੀਆਂ ਦੀ ਜ਼ਮੀਰ, ਪੰਜਾਬੀਆਂ ਦੀ ਹੋਂਦ, ਪੰਜਾਬੀਆਂ ਦੀ ਰਹਿਣੀ ਬਹਿਣੀ ਨੂੰ ਉੱਚਾ ਤਾਂ ਮਜ਼ਬੂਤ ਕੀਤਾ ਜਾ ਰਿਹਾ ਸੀ, ਉਹਨਾਂ ਦੀ ਜ਼ਮੀਰਾਂ ਨੂੰ ਪੱਕਿਆਂ ਕੀਤਾ ਜਾ ਰਿਹਾ ਸੀ, ਉਹਨਾਂ ਦੇ ਇੱਕ ਜੀਵਨ ਨੂੰ ਇੱਕ ਅਸੂਲਨ ਜੀਵਨ ਬਣਾਇਆ ਜਾ ਰਿਹਾ ਸੀ। ਔਰ ਸਿੱਖੀ ਦੀ ਤਾਕਤ ਦੇ ਨਾਲ, ਸਿੱਖੀ ਦੇ ਖੂਨ ਦੇ ਨਾਲ ਉਹਨਾਂ ਦੇ ਵਿੱਚ ਐਸੀ ਉੱਚੀ ਸੁੱਚੀ ਇਨਸਾਨੀਅਤ ਲਿਆਈ ਜਾ ਰਹੀ ਸੀ। ਉਸੇ ਵੇਲੇ ਤੋਂ ਹੀ, ਜਦ ਤੋਂ ਗੁਰੂ ਨਾਨਕ ਜੀ ਨੇ ਬਚਪਨ ਵਿੱਚ ਬਾਹਮਣਾਂ ਦੀ ਗੰਦੀ ਮੰਦੀ ਸੋਚ ਨੂੰ, ਉਹਨਾਂ ਦੇ ਧਾਗਿਆਂ ਨੂੰ ਨਾ ਕਰ ਦਿੱਤੀ, ਬੜੇ ਪਟਾਕੇ ਨਾਲ ਨਾ ਕਰ ਦਿੱਤੀ,
ਉਸੇ ਵੇਲੇ ਤੋਂ ਹੀ ਲੈ ਕੇ ਬਾਹਮਣਾਂ ਨੂੰ ਇਹ ਬੁਰੀ ਤਰ੍ਹਾਂ ਤਕਲੀਫ ਹੈ ਕਿ ਪੰਜਾਬ ਦਾ ਬੂਟਾ ਤੇ ਸਿੱਖੀ ਦਾ ਬੂਟਾ ਜੋ ਇੱਕ ਇਕੱਠਾ ਬੂਟਾ ਹੈ, ਜੋ ਇੱਕ ਮਿਲਾਪ ਵਾਲਾ ਬੂਟਾ ਹੈ, ਇੱਕ ਤਾਕਤਵਰ ਬੂਟਾ ਹੈ, ਉਹ ਕਿਵੇਂ ਕਿਵੇਂ ਉਹ ਵੱਧਦਾ ਜਾ ਰਿਹਾ ਹੈ ਔਰ ਕਿਵੇਂ ਕਿਵੇਂ ਇਸ ਵੇਲੇ ਉਹ ਇੱਕ ਪੂਰੀ ਵੱਡੀ ਸ਼ਕਤੀਸ਼ਾਲੀ ਦਰਖਤ ਬਣ ਚੁੱਕੀ ਹੈ। ਤਾਂ ਉਸ ਦਰਖਤ ਨੂੰ ਕਿਵੇਂ ਅਸੀਂ ਵੱਢਣਾ ਹੈ, ਉਹਦੀਆਂ ਟਾਹਣੀਆਂ ਨੂੰ ਵੱਢਣਾ ਹੈ, ਉਹਨਾਂ 'ਤੇ ਗਲਤ ਫਲਤ ਜੜ੍ਹਾਂ ਪਾਉਣੀਆਂ, ਤਾਂ ਉਹਦੇ ਆਸ-ਪਾਸ ਉਹਦੇ ਵਿੱਚ ਜੋ ਪੰਛੀ ਰਹਿ ਰਹੇ ਨੇ, ਜਾਨਵਰ ਰਹਿ ਰਹੇ ਨੇ, ਜੋ ਵਿੱਚ ਇਸ ਦਰਖਤ, ਇਸ ਸਿੱਖੀ ਪੰਜਾਬੀ ਦਰਖਤ ਦੇ ਆਸਰੇ ਦੇ ਨਾਲ ਜੀ ਰਹੇ ਨੇ, ਉਹਨਾਂ ਨੂੰ ਕਿਵੇਂ ਅਸੀਂ ਕਮਜ਼ੋਰ ਕਰਨਾ, ਮਾਰਨਾ, ਵੰਡਣਾ, ਧੱਕੇਸ਼ਾਹੀ ਕਰਨੀ, ਉਹਨਾਂ 'ਤੇ ਆਪਣਾ ਜ਼ਬਰ ਚਲਾਉਣਾ ਔਰ ਉਹ ਸਾਰੀ ਦਰਖਤ ਦੇ ਉੱਤੇ ਆਪਣਾ ਸਾਮਰਾਜੀ ਧੱਕੇਸ਼ਾਹੀ ਰਾਜ ਹਿੰਦੂਵਾਦ, ਇੰਡੀਅਨਵਾਦ ਵਾਲਾ ਰਾਜ ਚਲਾਉਣਾ। ਅੱਜ ਜੋ ਮੋਰਚਾ ਚੱਲਿਆ ਹੈ ਉਸ ਦੇ ਸੰਬੰਧੀ ਸਾਰੀ ਕੌਮ ਨੂੰ ਸ਼ਾਬਾਸ਼, ਸਤਿਕਾਰ ਕਮੇਟੀ ਨੂੰ ਸ਼ਾਬਾਸ਼, ਸਾਰਿਆਂ ਨੂੰ ਸ਼ਾਬਾਸ਼ ਜਿਹੜੇ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ, ਉਹ ਸਿੰਘਾਂ ਨੂੰ ਸ਼ਾਬਾਸ਼ ਜਿਹੜੇ ਗੋਬਿੰਦ ਲੌਂਗੋਵਾਲ ਦੇ ਘਰ ਦੇ ਮੂਹਰੇ ਧਰਨਾ ਕਰ ਰਹੇ ਨੇ, ਸਾਰਿਆਂ ਨੂੰ ਸ਼ਾਬਾਸ਼। ਪਰ ਇਹਦੇ ਨਾਲ ਮੈਂ ਬੇਨਤੀਆਂ ਇਹ ਵੀ ਕੁਝ ਕਰ ਦੇਵਾਂ, ਕੁਝ 3-4 ਬੇਨਤੀਆਂ ਕਿ ਜੋ ਇਹ ਨੰਬਰ 1 ਜੋ ਇਹ ਸ਼੍ਰੋਮਣੀ ਕਮੇਟੀ ਹੈ, ਇਹ ਕੋਈ ਇਸ ਵੇਲੇ ਪੰਥ ਦੇ ਦੇ ਫਾਇਦੇ ਲਈ, ਪੰਥ ਦੀ ਤਰੱਕੀ ਲਈ, ਪੰਥ ਦੀ ਸੁਰੱਖਿਅਤ ਲਈ ਕੋਈ ਸ਼ਕਤੀ ਰਹਿ ਨਹੀਂ ਗਈ। ਹਾਂ, ਇਸ ਦਾ ਪਿਛਲਾ ਇਤਿਹਾਸਕ ਪਿਛੋਕੜ ਜਿਵੇਂ ਅਕਾਲੀ ਦਲ ਦਾ ਜੋ ਇੱਕ ਸਾਂਝਾ ਨਾਲ ਤੁਰਦਾ ਜਾਂਦਾ ਸਾਂਝਾ ਇਤਿਹਾਸ ਹੈ, ਉਹ ਕੁਰਬਾਨੀਆਂ ਭਰਿਆ ਇਤਿਹਾਸ ਹੈ। ਜੋ ਕੁਰਬਾਨੀਆਂ ਵਿੱਚੋਂ ਇਹ 2 ਸੰਸਥਾਵਾਂ ਕਾਇਮ ਹੋਈਆਂ, ਜੋ ਗੁਰਦੁਆਰਿਆਂ ਨੂੰ ਮੁਕਤ ਕਰਨ ਲਈ, ਆਜ਼ਾਦ ਕਰਾਉਣ ਲਈ, ਮਹੰਤਾਂ ਤੋਂ ਨਰੈਣਿਆਂ ਵਾਂਗੂ ਆਜ਼ਾਦ ਕਰਾਉਣ ਵਾਸਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਿਤ ਕੀਤੀ ਗਈ ਸੀ, ਜੋ 1920 ਦੇ ਵੇਲਿਆਂ ਇੱਕ ਸੰਸਥਾ ਪੰਜਾਬੀਆਂ ਵਿੱਚੋਂ, ਸਿੱਖਾਂ ਵਿੱਚੋਂ ਸਥਾਪਿਤ ਕੀਤੀ ਗਈ ਸੀ। ਤਾਂ ਗਾਂਹ ਜਾ ਕੇ ਇਹਨੂੰ 1925 ਦੇ ਵਿੱਚ ਅੰਗਰੇਜ਼ ਰਾਜਿਆਂ ਨੇ ਇਸ ਨੂੰ ਪੱਕੇ ਪੈਰ ਦੇ ਦਿੱਤੇ ਕਾਨੂੰਨੀ ਤੌਰ 'ਤੇ, ਜਦੋਂ ਕਿ 1925 ਵਾਲੀ ਗੁਰਦੁਆਰਾ ਐਕਟ ਉਹਨਾਂ ਨੇ ਪਾਸ ਕਰਕੇ ਇਹ ਸ਼੍ਰੋਮਣੀ ਕਮੇਟੀ ਜੋ ਇਤਿਹਾਸ ਲਿਖਤੀ ਇਤਿਹਾਸ ਦੱਸ ਰਿਹਾ ਹੈ ਕਿ ਇੱਕ ਕਮੇਟੀ ਜੋ ਇੱਕ ਆਜ਼ਾਦ ਖੁਦਮੁਖਤਿਆਰ ਕਮੇਟੀ ਹੋਵੇਗੀ, ਜੋ ਪੰਜਾਬੀ ਸਿੱਖਾਂ ਲੋਕਾਂ ਦੇ ਵਿੱਚ ਹੋਵੇਗੀ, ਤਾਂ ਉਹ ਆਪਣੇ ਗੁਰਦੁਆਰੇ ਅਸਥਾਨ, ਗੁਰੂ ਘਰਾਂ ਨੂੰ ਆਪਣੇ ਆਜ਼ਾਦ ਤੌਰ 'ਤੇ, ਖੁਦਮੁਖਤਿਆਰ ਤੌਰ 'ਤੇ ਚਲਾਉਣਗੇ, ਬਿਨਾਂ ਸਰਕਾਰੀ ਦਖਲਅੰਦਾਜ਼ੀ ਤੋਂ, ਬਿਨਾਂ ਕਿਸੇ ਰਾਜਨੀਤਿਕ ਧੱਕੇਸ਼ਾਹੀ ਤੋਂ। ਉਹ ਇੱਕ ਆਜ਼ਾਦ ਅਸਥਾਨ ਹੋਣਗੇ, ਤਾਂ ਉੱਥੋਂ ਆਪਣਾ ਸਿੱਖੀ ਪ੍ਰਚਾਰ, ਪੰਜਾਬੀ ਪ੍ਰਚਾਰ ਹੋਵੇਗਾ। ਉਹ ਬੜੇ ਮੋਰਚਿਆਂ ਦੇ ਰਾਹੀਂ, ਬੜੇ ਕੁਰਬਾਨੀਆਂ ਦੇ ਰਾਹੀਂ, ਬੜੇ ਧੱਕੇਸ਼ਾਹੀ ਦੇ ਰਾਹੀਂ ਉਹ ਅੰਤ ਦੇ ਵਿੱਚ ਅੰਗਰੇਜ਼ ਰਾਜ ਨੇ ਹਾਰ ਕੇ ਉਹ ਸ਼੍ਰੋਮਣੀ ਕਮੇਟੀ ਜੋ ਸਿੱਖਾਂ ਵਿੱਚੋਂ ਪੇਸ਼ ਕੀਤੀ ਗਈ ਸੀ, ਉਹ ਉਸ ਨੂੰ ਪੱਕੇ ਕਾਨੂੰਨੀ ਪੈਰ ਦੇ ਕੇ 1925 ਵਾਲੀ ਗੁਰਦੁਆਰਾ ਐਕਟ ਪਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਗਈ ਕਿ ਤੁਸੀਂ ਲੈ ਲਓ ਆਪਣੇ ਗੁਰਦੁਆਰੇ, ਆ ਲਓ ਦਰਬਾਰ ਸਾਹਿਬ ਦੀਆਂ ਚਾਬੀਆਂ, ਤਾਂ ਆ ਲਓ ਆਪਣਾ ਦੇਖ ਸੰਭਾਲ ਗੁਰਦੁਆਰਿਆਂ ਦਾ। ਤੁਹਾਡੇ ਅੱਗੇ ਅਸੀਂ ਹਾਰ ਗਏ ਹਾਂ। ਤੁਹਾਡਾ ਸੂਰਬੀਰਤਾ, ਤੁਹਾਡੀ ਬਹਾਦਰੀ ਦਾ, ਤੁਹਾਡੀ ਦ੍ਰਿੜਤਾ ਦਾ ਅਸੀਂ ਮੁਕਾਬਲਾ ਨਹੀਂ ਕਰ ਸਕਦੇ। ਅੱਛਾ, ਆਓ ਹੁਣ 70 ਸਾਲ, 70, 80, 100 ਸਾਲ ਗਾਹਾਂ ਆ ਜਾਓ। ਜੋ ਸ਼੍ਰੋਮਣੀ ਕਮੇਟੀ, ਜਿਵੇਂ ਅਕਾਲੀ ਦਲ 1920 'ਚ ਸਥਾਪਿਤ ਹੋਇਆ, ਉਹ ਵੀ ਕੁਰਬਾਨੀਆਂ ਪ੍ਰਤੀ, ਉਹ ਵੀ ਪੰਜਾਬ ਦੀ ਹੱਕਾਂ ਪ੍ਰਤੀ ਸਾਰਾ ਕੁਝ ਹੋਇਆ, ਸਹੀ ਹੋਇਆ। ਪਰ ਇਹ 2 ਚੀਜ਼ਾਂ, 2 ਸ਼ਕਤੀਆਂ ਕਿਵੇਂ ਕਈ ਦਹਾਕੇ ਬਾਅਦ ਮੌਜੂਦੇ ਸਮੇਂ ਦੇ ਵਿੱਚ ਇਹ ਦੋਨੇ ਹੀ ਬੜੇ ਜ਼ਹਿਰ ਭਰ ਚੁੱਕੇ ਨੇ। ਇਹਨਾਂ ਦੇ ਵਿੱਚ ਭ੍ਰਿਸ਼ਟਾਚਾਰ ਭਰ ਚੁੱਕਾ, ਇਹਨਾਂ ਦੇ ਵਿੱਚ ਇੱਕ ਵਿਅਕਤੀਬਾਜੀ ਦਾ ਰਾਜ ਭਰ ਚੁੱਕਾ, ਇਹਨਾਂ ਦੇ ਵਿੱਚ
ਜੋ ਇਹਨਾਂ ਨੂੰ ਅੰਦਰੋਂ ਹੀ, ਇਹਨਾਂ ਦੇ ਅੰਦਰੋਂ ਹੀ ਬਹੁਤ ਹੀ ਖਰਾਬ ਔਰ ਗਲਤ ਫਲਤ ਖਰਾਬੀਆਂ ਇਹਨਾਂ ਦੇ ਵਿੱਚ ਕਰ ਦਿੱਤੀਆਂ ਗਈਆਂ। ਔਰ ਇਹਨਾਂ ਦੇ 76 ਸ਼ੈ ਉੱਤੋਂ ਕੌਣ ਬੈਠਾ ਹੈ? ਇੰਡੀਅਨ ਰਾਜ ਬੈਠਾ, ਬਾਮਨ ਰਾਜ ਬੈਠਾ, ਹਿੰਦੂ ਰਾਜ ਬੈਠਾ, ਜੋ ਦੂਰੋਂ ਵੇਖ ਰਿਹਾ ਹੈ ਕਿ ਇਹ ਦੋ ਸ਼ਕਤੀਆਂ ਜੋ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ ਸ਼ਕਤੀਆਂ ਸੀ, ਜਿਨ੍ਹਾਂ ਦਾ ਕੰਮ ਸੀ ਕਿ ਪੰਜਾਬ ਅਤੇ ਸਿੱਖਾਂ ਲਈ, ਪੰਜਾਬੀਅਤ ਲਈ, ਸਿੱਖੀ ਲਈ ਖੜਨਾ, ਉਹਨਾਂ ਦੀ ਇਨਸਾਨੀਅਤ ਲਈ ਖੜਨਾ, ਉਹਨਾਂ ਦੇ ਹੱਕਾਂ ਲਈ ਖੜਨਾ, ਉਹਨਾਂ ਦੀ ਤਰੱਕੀ ਲਈ ਖੜਨਾ, ਉਹ ਦੂਰੋਂ ਬੈਠ ਕੇ ਇਹ ਦੇਖ ਰਹੇ ਆ ਕਿ ਇਹਨਾਂ 'ਤੇ ਕਿਵੇਂ ਕਿਵੇਂ ਕਮਜ਼ੋਰੀ ਦੀ ਜ਼ਹਿਰ ਦੇ ਟੀਕੇ ਲਾਏ ਜਾਣ, ਇਹਨਾਂ ਦੇ ਵਿੱਚ ਕੈਸੇ ਕੈਸੇ ਲੋਕ ਪਾਏ ਜਾਣ ਔਰ ਕੈਸੇ ਕੈਸੇ ਉਹ ਬਿਆਨਬਾਜ਼ੀ ਕਰਨ, ਕੈਸੇ ਕੈਸੇ ਫੈਸਲੇ ਕਰਨ ਔਰ ਕੈਸੇ ਕੈਸੇ ਗਲਤ ਫਲਤ ਕੰਮ ਕਰਨ। ਸੋ ਇਹ ਦੋਨੇ ਸ਼ਕਤੀਆਂ, ਅਕਾਲੀ ਦਲ, ਸ਼੍ਰੋਮਣੀ ਕਮੇਟੀ, ਇੱਕ ਐਸੇ ਬੁਰਾਈਆਂ ਦੇ ਵਿੱਚ ਖਰਾਬ ਹੋ ਚੁੱਕੀਆਂ ਸ਼ਕਤੀਆਂ ਹਨ ਕਿ ਸ਼ਾਇਦ ਹੀ ਇਹਨਾਂ ਨੂੰ, ਮੈਨੂੰ ਆਪ ਨਹੀਂ ਦਿਸ ਰਿਹਾ ਕਿ ਇਹ ਕਦੇ ਸਹੀ ਰਸਤੇ 'ਤੇ ਆ ਸਕਦੀਆਂ। ਕਈਆਂ ਦੇ ਵਿਚਾਰ ਹੋਰ ਨੇ। ਇਹ ਸ਼ਕਤੀਆਂ ਇੰਨੀਆਂ ਲਿਬੜ ਚੁੱਕੀਆਂ, ਤਿਗੜ ਚੁੱਕੀਆਂ, ਮਰ ਚੁੱਕੀਆਂ, ਬੇਆਤਮਾ ਹੋ ਚੁੱਕੀਆਂ। ਇਹਨਾਂ ਦੇ ਵਿੱਚ ਲੋਕ, ਭ੍ਰਿਸ਼ਟਾਚਾਰ, ਗੰਦਗੀ, ਜ਼ਹਿਰ, ਗਦਾਰੀ, ਬੇਸਿੱਖੀ, ਬੇਪੰਜਾਬੀ ਸੋਚ ਐਸੀ बढ़ ਚੁੱਕੀ ਹੈ ਕਿ ਇਹਨਾਂ 'ਤੇ ਆਸ ਰੱਖਣੀ ਇੱਕ, ਮੇਰੇ ਖਿਆਲ ਦੇ ਵਿੱਚ, ਇੱਕ ਬੇਸਮਝੀ ਹੈ ਸਾਡੀ ਔਰ ਮੂਰਖਤਾ ਹੈ ਸਾਡੀ। ਸੋ ਇਹ ਇਹਨਾਂ ਦੇ ਬਾਰੇ ਮੈਂ ਕਹੂੰਗਾ। ਦੂਸਰੀ ਗੱਲ, ਜੋ ਕਰਤੂਤਾਂ ਸ਼੍ਰੋਮਣੀ ਕਮੇਟੀ ਕਰਦੀ ਆ ਰਹੀ ਹੈ ਕਈ ਚਿਰ ਤੋਂ, ਕਿ ਇਹ ਸਿਰਫ ਇਹੀ ਨਹੀਂ ਕਿ ਆ ਸਰੂਪ ਗੁੰਮ ਹੋ ਗਏ। ਮੈਂ ਥੋੜ੍ਹਾ ਜਿਹਾ ਤੁਹਾਨੂੰ ਚੇਤੇ ਕਰਾਵਾਂ ਕਿ ਪਿਛਲੇ 30-40 ਸਾਲਾਂ ਤੋਂ ਕਿ ਸ਼੍ਰੋਮਣੀ ਕਮੇਟੀ ਦੀ ਰਿਕਾਰਡ ਕੀ ਦਿਸ ਰਹੀ ਹੈ। ਉਹ ਇੱਕ ਐਸੀ ਰਿਕਾਰਡ ਦਿਸ ਰਹੀ ਹੈ, ਔਰ ਮੈਂ ਇਹ ਵੀ ਕਹਾਂਗਾ ਕਿ 84 ਤੋਂ ਪਹਿਲਾਂ ਵੀ ਸ਼ਾਇਦ, ਪਤਾ ਨਹੀਂ ਪੂਰੇ ਗੌਰ ਨਾਲ, ਪਰ 84 ਤੋਂ ਪਹਿਲਾਂ ਵੀ ਸ਼ਾਇਦ ਰਿਕਾਰਡ ਇੰਨੀ ਚੰਗੀ ਨਾ ਹੋਵੇ, ਲੇਕਿਨ ਜ਼ਰੂਰ 84 ਤੋਂ ਉਪਰੰਤ ਇਸ ਦੀ ਰਿਕਾਰਡ 'ਤੇ, ਇਸ ਦੀ ਕਾਰਵਾਈਆਂ 'ਤੇ, ਇਹਨਾਂ ਦੇ ਫੈਸਲਿਆਂ 'ਤੇ ਝਾਤੀ ਮਾਰੀ ਜਾਵੇ ਤਾਂ ਤੁਹਾਨੂੰ ਕੀ ਦਿਸੂਗਾ? ਉਹ ਤੁਹਾਨੂੰ ਇਹ ਵੀ ਦਿਸੂਗਾ ਕਿ ਇਹ ਉਸ ਕਿਸਮ ਦੇ ਕਿਤਾਬਚੇ, ਪੁਸਤਕਾਂ ਛਪਵਾ ਰਹੇ ਨੇ ਜਿਹਦੇ ਵਿੱਚ ਗੁਰੂਆਂ ਦੀਆਂ, ਸਿੱਖੀ ਦੀਆਂ ਔਰ ਕੋਈ ਸਾਡੇ ਇਤਿਹਾਸ ਦੀਆਂ ਖਲਵਾਰ ਕੀਤੀ ਜਾ ਰਹੀ ਹੈ। ਜਿੱਥੇ ਜਿੱਥੇ ਸਾਨੂੰ ਹਿੰਦੂ ਦੱਸਿਆ ਜਾ ਰਿਹਾ ਹੈ, ਗੁਰੂਆਂ ਨੂੰ ਕੁਝ ਹੋਰ ਪੇਸ਼ ਕੀਤਾ ਜਾ ਰਿਹਾ ਹੈ। ਔਰ ਕਈ ਐਸੀਆਂ ਪੁਸਤਕਾਂ ਇਹਨਾਂ ਨੇ ਛਾਪੀਆਂ, ਪੇਸ਼ ਕੀਤੀਆਂ ਜਿਨ੍ਹਾਂ ਦੇ ਵਿੱਚ ਹਿੰਦੂਵਾਦ ਦਾ ਅਸਰ ਹੈ। ਨੰਬਰ 1 ਉਹ। ਨੰਬਰ 2, ਤੁਸੀਂ ਵੇਖ ਲਓ ਇਹਨਾਂ ਦੀਆਂ ਆਦਤਾਂ, ਇਹਨਾਂ ਦੀ ਅੰਦਰੋਂ ਪ੍ਰਸ਼ਾਸਨ ਪਾਉਣਾ, ਇਹਨਾਂ ਦੀ ਐਡਮਿਨਿਸਟ੍ਰੇਸ਼ਨ ਪਾਉਣਾ ਕਿੰਨਾ ਢਿੱਲਾ ਮੱਠਾ ਹੈ। ਔਰ ਤੁਸੀਂ ਵੇਖੋ ਜਿਹੜੇ ਇਹਨਾਂ ਦੇ ਕਰਮਚਾਰੀ ਨੇ, ਗ੍ਰੰਥੀ ਨੇ, ਵਰਕਰ ਨੇ, ਉਹਨਾਂ ਨਾਲ ਕੀ ਵਰਤਾਓ ਕੀਤਾ ਜਾਂਦਾ। ਘਟੀਆ ਤੋਂ ਘਟੀਆ ਤਨਖਾਹਾਂ ਦੇਣੀਆਂ, ਘਟੀਆ ਤੋਂ ਘਟੀਆ ਸਹੂਲਤਾਂ ਦੇਣੀਆਂ। ਉਹ ਲੋਕਾਂ ਦਾ ਇਸ ਪੱਖੋਂ ਕੋਈ ਆਸਰਾ ਨਹੀਂ, ਤਾਂ ਉਹਨਾਂ ਦਾ ਦਿਲ ਲਾ ਕੇ ਉਹ ਕੰਮ ਕੀ ਕਰਨ, ਜਦ ਕਿ ਉਹਨਾਂ ਨਾਲ ਐਸੀ ਘਟੀਆ ਵਰਤਾਓ ਕੀਤੀ ਜਾ ਰਹੀ ਹੈ। ਗੁਰਦੁਆਰਿਆਂ ਦੀ ਪ੍ਰਬੰਧ ਦੀ ਗੱਲ ਦੇਖ ਲਓ, ਉਹ ਤਾਂ ਇੱਕ ਖੁੱਲ੍ਹੀ ਕਿਤਾਬ ਹੈ। ਗੁਰਦੁਆਰਿਆਂ ਦੇ ਵਿੱਚ ਕੋਈ ਸਿਕਿਉਰਿਟੀ ਨਹੀਂ, ਉੱਥੇ ਗ੍ਰੰਥੀਆਂ ਨੂੰ ਬਹੁਤ ਹੀ ਨੀਚ ਕਿਸਮ ਦੀ ਵਰਤਾਓ ਉਹਨਾਂ 'ਤੇ ਕੀਤੀ ਜਾ ਰਹੀ ਹੈ, ਤਨਖਾਹਾਂ ਬੜੀਆਂ ਨੀਚ ਦਿੱਤੀਆਂ ਜਾ ਰਹੀਆਂ। ਉਹੀ ਗੱਲ ਉੱਥੇ ਆ ਗਈ ਕਿ ਇਹਨਾਂ ਦਾ, ਸ਼੍ਰੋਮਣੀ ਕਮੇਟੀ ਦੇ ਮੁਖੀਆਂ ਦਾ ਕੋਈ ਇਹ ਇੱਛਾ ਨਹੀਂ ਕਿ ਸਿੱਖੀ ਦੇ ਅਦਾਰੇ ਮਜ਼ਬੂਤ ਹੋਣ, ਪ੍ਰਫੁੱਲਤ ਹੋਣ, ਬਲਵਾਨ ਹੋਣ। ਔਰ ਨਾ ਹੀ ਇਹਨਾਂ ਦੀ ਸੋਚ ਹੈ ਕਿ ਸਿੱਖ ਇਨਸਾਨੀਅਤ ਦੇ ਆਪ ਪਿੰਡੋਂ ਪਿੰਡ, ਸ਼ਹਿਰੋਂ ਸ਼ਹਿਰ, ਜਿੱਥੇ ਪ੍ਰਚਾਰ, ਹੌਸਲਾ, ਸਿੱਖਿਆ ਪਹੁੰਚਣੀ ਚਾਹੀਦੀ ਹੈ, ਇਹਨਾਂ ਦੀ ਇੱਛਾ ਹੀ ਨਹੀਂ ਹੈ ਕਿ ਉਹ ਸਿੱਖਿਆ, ਉਹ ਪ੍ਰਭਾਵਸ਼ਾਲੀ ਸਿੱਖਿਆ, ਤਿੱਖੀ ਸਿੱਖਿਆ, ਇੱਕ ਮਜ਼ਬੂਤ ਹੌਸਲੇ ਵਾਲੀ ਸਿੱਖਿਆ ਉਹ ਪਹੁੰਚਣ ਦੀ ਇਹਨਾਂ ਨੂੰ ਕੋਈ ਇੱਛਾ ਹੀ ਨਹੀਂ, ਪਹੁੰਚਾਉਣ ਦੀ ਇਹਨਾਂ ਨੂੰ ਕੋਈ ਇੱਛਾ ਹੀ ਨਹੀਂ। ਜਿੱਥੇ ਬਹੁਤ ਸਾਰੇ ਹੋਰ ਢੰਗ ਤਰੀਕਿਆਂ ਦੇ ਨਾਲ ਸਿੱਖੀ ਦੁਨੀਆ ਭਰ ਫੈਲਦੀ ਜਾ ਰਹੀ ਹੈ, ਘਰ ਘਰ ਫੈਲਦੀ ਜਾ ਰਹੀ ਹੈ, ਜਿਨ੍ਹਾਂ 'ਤੇ ਕਿਰਪਾ ਹੈ। ਬਿਨਾਂ ਸ਼੍ਰੋਮਣੀ ਕਮੇਟੀ ਦੇ ਆਸਰੇ ਤੋਂ ਲੋਕ ਇਤਿਹਾਸ ਦੀ ਖੋਜ ਕਰਦੇ ਨੇ,
ਸਿੱਖ ਇਤਿਹਾਸ, ਪੰਜਾਬੀ ਇਤਿਹਾਸ ਵਿੱਚ ਗੁਰੂਆਂ ਦੀਆਂ ਜੀਵਨਾਂ ਵੱਲ ਵੇਖਦੇ ਨੇ, ਬੰਦਾ ਸਿੰਘ ਜੀ ਬਹਾਦਰ ਦੀ ਜੀਵਨ ਵੱਲ ਵੇਖਦੇ ਨੇ, ਪੰਜਾਬ ਦੀ ਬਹਾਦਰੀ ਗੁਰੂਆਂ ਦੇ ਵੇਲੇ, ਗੁਰੂਆਂ ਤੋਂ ਪਹਿਲਾਂ ਦੇ ਵੇਲੇ ਔਰ ਗੁਰੂਆਂ ਦੇ ਬਾਅਦ ਦੇ ਵੇਲੇ, ਸਿੱਖ ਮਿਸਲਾਂ, ਦਲ ਖਾਲਸਾ, ਮਹਾਰਾਜਾ ਰਣਜੀਤ ਸਿੰਘ ਔਰ ਕਿੰਨੇ ਹੋਰ ਪੱਖ ਨੇ ਜਿਹੜੇ ਅਸੀਂ ਆਪ ਹੀ ਆਪ, ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਭਾਈ ਰਣਧੀਰ ਸਿੰਘ ਜੀ ਔਰ ਸੈਂਕੜੇ ਹੋਰ, ਭਾਈ ਮਹਾਰਾਜ ਸਿੰਘ ਜੀ, ਨਾਮਧਾਰੀ ਲਹਿਰ, ਇਹ ਸਾਰਾ ਕੁਝ ਜੋ ਅਸੀਂ ਆਪ ਹੀ ਆਪ ਬਿਨਾਂ ਸ਼੍ਰੋਮਣੀ ਕਮੇਟੀ ਦੇ ਕੋਈ ਸਹਾਰੇ ਤੋਂ ਆਪ ਹੀ ਆਪ ਇਹਨਾਂ ਦੀ ਸਿੱਖਿਆ ਆਪ ਪ੍ਰਾਪਤ ਕਰਦੇ ਹਾਂ, ਤਾਂ ਸਾਨੂੰ ਮਾਣ ਹੁੰਦਾ ਹੈ ਕਿ ਮਹਾਰਾਜ ਰੱਬ ਜੀ, ਵਾਹਿਗੁਰੂ ਜੀ, ਤੁਸੀਂ ਸਾਡੇ 'ਤੇ ਐਸੀ ਕਿਰਪਾ ਕਰ ਦਿੱਤੀ ਹੈ ਕਿ ਸਾਨੂੰ ਤੁਸੀਂ ਇੱਕ ਪੰਜਾਬੀ ਸਿੱਖ ਘਰ ਦੇ ਵਿੱਚ ਜਨਮ ਦੇ ਦਿੱਤਾ ਹੈ, ਜਿਹਦੇ 'ਤੇ ਸਾਡਾ ਵਿਰਸਾ ਹੀ ਇੰਨਾ ਸ਼ਕਤੀਸ਼ਾਲੀ ਹੈ ਔਰ ਸਾਡੇ 'ਤੇ ਜ਼ਿੰਮੇਵਾਰੀਆਂ ਵੀ ਉਹਨੂੰ ਵਿਰਸੇ ਨੂੰ ਕਾਇਮ ਰੱਖਣਾ ਔਰ ਗਾਂਹ ਤੋਰਨਾ, ਔਰ ਕੌਮ ਦੀ ਡਿੱਗੀ ਹੋਈ ਹੋਂਦ, ਕੌਮ ਦੀ ਲੰਗੜੀ ਹੋਈ ਹੋਂਦ ਤਾਂ ਟੁੱਟੀ ਭੱਜੀ ਹੋਈ ਹੋਂਦ, ਮੌਜੂਦਾ ਹੋਂਦ, ਉਹਨੂੰ ਕਿਵੇਂ ਸਵਾਰਨਾ, ਉਹਨੂੰ ਔਰ ਉਹਨੂੰ ਉਸ ਪੱਧਰ 'ਤੇ ਕਿਵੇਂ ਮੁੜ ਕੇ ਲੈ ਕੇ ਜਾਣਾ, ਜਦ ਕਿ ਉਸੀ ਬੰਦਾ ਸਿੰਘ ਜੀ ਬਹਾਦਰ ਦੇ ਵੇਲੇ ਔਰ ਮਹਾਰਾਜਾ ਰਣਜੀਤ ਸਿੰਘ ਵੇਲੇ ਔਰ ਸਿੱਖ ਮਿਸਲਾਂ ਵੇਲੇ, ਕਿ ਉਸ ਲੈਵਲ ਤੋਂ ਕਿੱਦਾਂ ਸਾਨੂੰ ਕਿਤੇ ਨਾ ਕਿਤੇ ਬਹੁਤ ਹੀ ਸਾਡੇ ਵਿੱਚ ਥੱਲੇ ਤੋਂ ਥੱਲੇ ਇੱਕ ਕਮਜ਼ੋਰ, ਡਿੱਗੀ ਹੋਈ, ਗੁਆਚੀ ਹੋਈ, ਬੇਘਰ ਹੋਈ ਜਾਨਵਰ ਵਾਂਗੂ, ਜੋ ਕਿੱਥੇ ਅਸੀਂ ਡਿੱਗੇ ਹਾਂ, ਕਿੱਥੇ ਸਾਡੀ ਕੋਈ ਆਵਾਜ਼ ਨਹੀਂ, ਨਾ ਇੰਡੀਆ ਵਿੱਚ, ਨਾ ਪੰਜਾਬ ਵਿੱਚ, ਨਾ ਇੰਟਰਨੈਸ਼ਨਲ ਲੈਵਲ 'ਤੇ, ਕਿੱਥੇ ਅਸੀਂ ਸੀਗੇ ਤਾਂ ਕਿੱਥੇ ਜਾ ਕੇ ਸਾਨੂੰ ਸਿੱਟ ਦਿੱਤਾ, ਔਰ ਕਿਵੇਂ ਸਾਡੇ ਕੀੜੇ ਸਾਨੂੰ ਕੀੜਿਆਂ ਵਾਂਗੂ ਸਾਨੂੰ ਸਭ ਪੱਖੋਂ ਸਾਡੀ ਹੋਂਦ, ਸਾਡੀ ਬੋਲੀ ਨੂੰ, ਸਾਡੇ ਗੁਰਬਾਣੀ ਨੂੰ, ਸਾਡੀ ਇਨਸਾਨੀਅਤ ਨੂੰ ਕੀੜਿਆਂ ਵਾਂਗੂ ਖਾਧਾ ਜਾ ਰਿਹਾ ਹੈ ਸਾਰੇ ਪਾਸੇ। ਸੋ ਇਹ ਬੇਨਤੀ ਹੈ ਕਿ ਜਿਹੜੀ ਇਹ ਸ਼੍ਰੋਮਣੀ ਕਮੇਟੀ ਹੈ, ਇਹ ਤੋਂ ਕੋਈ ਆਸ ਨਾ ਰੱਖੋ। ਆਸ ਰੱਖਣਾ ਵੀ ਇੱਕ ਗਲਤ ਰਸਤੇ ਵਿੱਚ, ਗਲਤ ਸੋਚ ਵੱਲ ਖਿੱਚਣਾ, ਗਲਤ ਧਿਆਨ ਦੇਣਾ, ਗਲਤ ਸੋਚ ਵਾਲੀ ਗੱਲ ਹੈ। ਕਈ ਵੀਰ ਇਹ ਵੀ ਕਹਿ ਦਿੰਦੇ ਕੋਈ ਨਹੀਂ, ਇਲੈਕਸ਼ਨ ਨਵੀਆਂ ਹੋਣਗੀਆਂ ਤਾਂ ਉਹਦੇ ਵਿੱਚ ਅਸੀਂ ਜਿੱਤਾਂਗੇ, ਕਰਾਂਗੇ ਵਗੈਰਾ ਵਗੈਰਾ। ਚਲੋ ਉਹ ਵੀ ਵੇਖ ਲਓ, ਜੇ ਸਰਕਾਰ ਹਿੰਦੁਸਤਾਨ, ਇੰਡੀਆ ਦੀ ਸਰਕਾਰ ਕਿਤੇ ਕਰਨ ਦੇਊਗੀ, ਇਹ ਬਾਦਲ ਕਰਨ ਦੇਊਗਾ, ਬਾਦਲ ਜੋ ਕਠਪੁਤਲਾ ਹੈ ਹਿੰਦੁਸਤਾਨ ਦੇ ਢਾਂਚੇ ਦਾ, ਕਿਤੇ ਕਰਨ ਦੇਊਗਾ, ਉਹ ਵੀ ਤੁਸੀਂ ਦੇਖ ਲਿਓ, ਲੇਕਿਨ ਆਸ ਨਹੀਂ ਕੋਈ ਹੈ। ਆਈ ਗੱਲ ਹੋਰ ਗਾਹਾਂ, ਤੀਸਰੀ ਗੱਲ ਜੇ ਮੈਂ ਆਵਾਂ ਕਿ ਜੋ ਇਹ ਕਰਤੂਤਾਂ ਹੁੰਦੀਆਂ ਜਾ ਰਹੀਆਂ ਸਾਡੇ ਨਾਲ, ਸਾਡੇ ਲਿਟਰੇਚਰ ਦੇ ਨਾਲ, ਲਿਖਾਈ ਦੇ ਨਾਲ, ਮੈਨੂੰ ਕੁਝ ਯਾਦ ਹੈ ਕੁਝ ਕਿ ਲਗਭਗ ਸਾਲ 2012-13 ਸੀ, 14 ਸੀ, ਦਰਬਾਰ ਸਾਹਿਬ ਜਾਣ ਦਾ ਮੌਕਾ ਮਿਲਿਆ ਕਿ ਉੱਥੇ ਇੱਕ ਬਣਦਾ ਪਿਆ ਕਰਮਚਾਰੀ ਸ਼੍ਰੋਮਣੀ ਕਮੇਟੀ ਦਾ, ਕੋਈ ਪੈਂਫਲੇਟਾਂ, ਕੋਈ ਬੁਕਲੇਟਾਂ, ਤਾਂ ਉਹ ਐਸੀਆਂ ਵੰਡ ਰਿਹਾ, ਇੱਕ ਘਸੀ ਜਿਹੀ ਪ੍ਰਿੰਟ 'ਤੇ, ਇੱਕ ਘਸੀ ਜਿਹੀ ਰੂਪ ਰੇਖਾ ਵਿੱਚ, ਇੱਕ ਉਹ ਪੁਰਾਣੀਆਂ ਲਿਟਰੇਚਰ ਪੈਂਫਲੇਟਾਂ ਸਿੱਖੀ ਬਾਰੇ ਅੰਗਰੇਜ਼ੀ ਵਿੱਚ, ਜੋ ਮੈਨੂੰ ਯਾਦ ਹੈ ਕਿ ਮੈਂ ਬਚਪਨ ਵੇਲੇ 70 ਵਿੱਚ ਮੈਂ ਵੇਖ ਚੁੱਕਾ ਸੀ, ਘਰ ਪਈਆਂ ਸੀ। ਪਰ ਮੈਨੂੰ ਹੈਰਾਨਗੀ, ਤਾਂ ਮੈਂ ਉਹ ਹੈਰਾਨਗੀ ਪ੍ਰਗਟ ਕੀਤੀ ਉਸ ਕਰਮਚਾਰੀ ਨੂੰ ਕਿ ਸ਼੍ਰੋਮਣੀ ਕਮੇਟੀ ਐਸੀ ਸ਼ਕਤੀਸ਼ਾਲੀ ਸੰਸਥਾ ਹੋਣ ਦੇ ਬਾਵਜੂਦ ਕਿ ਹਜੇ ਉਹੀ ਪੁਰਾਣੀ ਚੀਜ਼ਾਂ ਨੂੰ ਵੰਡੀ ਜਾ ਰਹੀ, ਕਿ ਤੁਹਾਡੇ ਕੋਲ ਕੋਈ ਨਵਾਂ ਲਿਟਰੇਚਰ ਨਹੀਂ ਆਇਆ, ਤੁਸੀਂ ਪੈਦਾ ਨਹੀਂ ਕੀਤਾ, ਕੋਈ ਪ੍ਰਭਾਵਸ਼ਾਲੀ ਰੰਗ ਰੂਪ ਹੋਵੇ, ਉਹਦਾ ਲਿਖਤ ਚੰਗੀ ਹੋਵੇ, ਕੋਈ ਖਿੱਚਣ ਵਾਲੀ, ਅੱਖਾਂ ਨੂੰ ਖਿੱਚਣ ਵਾਲਾ ਰੂਪ ਰੇਖਾ ਹੋਵੇ, ਉਹੀ ਸੜਿਆ ਘਟਿਆ ਗੰਦੀ ਜਿਹੀ ਪੁਰਾਣੀ ਪ੍ਰਿੰਟ ਵਾਲਾ, ਇੰਡੀਆ ਦੀ ਪ੍ਰਿੰਟ ਵਾਲਾ, ਐਸਾ ਤੁਸੀਂ ਇਹ ਪੇਸ਼ ਕਰੀ ਜਾ ਰਹੇ ਹੋ। ਕੀ ਤੁਹਾਡੇ ਬਾਰੇ ਇਹ ਦੱਸ ਰਿਹਾ? ਹੋਰ ਗਾਹਾਂ ਚਲੇ ਜਾਓ, ਕੁਝ 2 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇੱਕ ਚਿੱਠੀ ਲਿਖੀ ਯੂਨਾਈਟਿਡ ਨੇਸ਼ਨਸ, ਜਿਹਨੂੰ ਸੁਅੰਕਤ ਰਾਸ਼ਟਰ ਕਿਹਾ ਵੀ ਜਾਂਦਾ ਹੈ। ਯੂਨਾਈਟਿਡ ਨੇਸ਼ਨ ਦਾ ਜਨਰਲ ਸੈਕਟਰੀ ਕਿਤੇ ਆਇਆ ਸੀ ਅੰਮ੍ਰਿਤਸਰ ਕੁਝ ਇੰਟਰਨੈਸ਼ਨਲ ਫੇਰੀ ਦੇ ਦੌਰਾਨ, ਔਰ ਉਹ ਅੰਮ੍ਰਿਤਸਰ ਆਇਆ ਤਾਂ ਇਹਨਾਂ ਕੋਲ ਆਇਆ, ਅਤੇ ਇਹਨਾਂ ਨੇ ਕੁਝ ਉਹਨੂੰ ਚਿੱਠੀ ਦਿੱਤੀ,
ਉਹ ਚਿੱਠੀ ਮੈਂ ਪੜ੍ਹੀ ਹੈ, ਚਿੱਠੀ ਐਸੀ ਘਟੀਆ ਅੰਗਰੇਜ਼ੀ ਸੀ ਉਸ ਚਿੱਠੀ ਦੇ ਵਿੱਚ, ਐਸੀ ਘਟੀਆ ਗੱਲਾਂ ਹੈ ਉਹਦੇ ਵਿੱਚ, ਘਟੀਆ ਇਸ ਪੱਖੋਂ ਕਿ ਇਹਨਾਂ ਨੇ ਜੋ ਸਿੱਖ ਕੌਮ ਪੰਜਾਬੀ ਕੌਮ ਦੇ ਨਾਲ 84 ਬਾਰੇ ਕੁਝ ਗੱਲਾਂ ਕੀਤੀਆਂ, ਕੁਝ ਹੋਰ ਗੱਲਾਂ ਕੀਤੀਆਂ, ਉਹ ਐਸੀ ਕਮਜ਼ੋਰ, ਐਸੀ ਲੰਗੜੀ ਚਿੱਠੀ ਸੀ, ਲਫ਼ਜ਼ ਵੀ ਉਹਦੇ ਐਸੇ ਘਟੀਆ ਸਨ, ਬੋਲੀ ਵੀ ਘਟੀਆ ਸਨ, ਤਾਂ ਉਹਦੇ ਵਿੱਚ ਚਿੱਠੀ ਵਿੱਚ ਕੋਈ ਦਮ ਨਹੀਂ ਸੀ। ਅਤੇ ਜਿਹੜਾ ਚਿੱਠੀ ਲੈਣ ਵਾਲਾ ਹੋਵੇਗਾ, ਪੜ੍ਹਨ ਵਾਲਾ ਹੋਵੇਗਾ, ਉਹ ਵੀ ਸੋਚੂਗਾ ਕਿ ਇਹ ਚਿੱਠੀ ਵਿੱਚ ਕੋਈ ਨਾ ਕੋਈ ਪ੍ਰਭਾਵ ਹੈ, ਨਾ ਕੋਈ ਦਲੀਲ ਹੈ, ਅਤੇ ਨਾ ਕੋਈ ਦਮ ਹੈ। ਇਹ ਐਸੀ ਸ਼੍ਰੋਮਣੀ ਕਮੇਟੀ ਹੈ ਜੋ ਐਸੀ ਕਰਤੂਤਾਂ, ਐਸੀ ਅਣਗਹਿਲੀਆਂ ਕਾਰਨ ਦੇ ਵਿੱਚ ਇਹਨਾਂ ਨੇ ਆਪਣਾ ਪੇਸ਼ਾ ਹੀ ਸਮਝ ਲਿਆ, ਇਹਨਾਂ ਦਾ ਪੇਸ਼ਾ ਹੀ ਬਣ ਚੁੱਕਾ ਹੈ। ਹੋਰ ਆ ਜਾਓ ਗਾਹਾਂ, ਜੋ 84 ਦੇ ਵੇਲੇ ਹਮਲੇ ਵੇਲੇ ਹਿੰਦੁਸਤਾਨ ਦਾ ਜਦੋਂ ਜੰਗੀ ਹਮਲਾ ਹੋਇਆ, ਜੋ ਸਾਡਾ ਗੁਰੂ ਗ੍ਰੰਥ ਸਾਹਿਬ ਲੁੱਟੇ ਗਏ, ਜੋ ਸਾਡਾ ਲਿਟਰੇਚਰ ਗੁਰਬਾਣੀ ਪ੍ਰਤੀ, ਇਤਿਹਾਸ ਪ੍ਰਤੀ ਲੁੱਟਿਆ ਗਿਆ, ਜੋ ਮੁੜ ਕੇ ਇਹਨਾਂ ਨੂੰ ਦਿੱਤਾ ਗਿਆ, ਜੋ ਇੰਡੀਅਨ ਫੌਜ ਵੱਲੋਂ, ਇੰਡੀਅਨ ਅਦਾਰਿਆਂ ਵੱਲੋਂ ਇਹਨਾਂ ਨੂੰ ਮੁੜ ਕੇ ਮੋੜਿਆ ਗਿਆ, ਉਹਨਾਂ ਦੇ ਵਿੱਚ ਬਹੁਤ ਖਲਵਾਰ ਇਹਨਾਂ ਨੇ ਆਪ ਕੀਤੀ ਹੈ। ਕੁਝ ਗੁਰੂ ਗ੍ਰੰਥ ਸਾਹਿਬ, ਸੋਨੇ ਵਾਲੇ ਗੁਰੂ ਗ੍ਰੰਥ ਸਾਹਿਬ ਬਾਹਰਲੇ ਦੇਸ਼ਾਂ 'ਚ ਵੇਚੇ ਗਏ ਨੇ, ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਗੁੰਮ ਕਰ ਦਿੱਤੇ ਗਏ ਨੇ, ਉਹਨਾਂ 'ਚੋਂ ਪੈਸਾ ਲਿਆ ਗਿਆ, ਉਹਨਾਂ ਨੂੰ ਗਾਂਹ ਦੀ ਗਾਂਹ ਵੇਚਿਆ ਗਿਆ, ਬਹੁਤ ਸਾਰਾ ਸਾਡਾ ਇਤਿਹਾਸ ਇੱਦਾਂ ਖਿਲਾਰ ਦਿੱਤਾ ਗਿਆ ਕਿ ਉਹਦੇ 'ਤੇ ਵੀਰੋ ਭੈਣੋ ਇਹ ਵੀ ਨਾ ਭੁੱਲੋ ਕਿ ਅੱਜ ਅਸੀਂ 328 ਸਰੂਪਾਂ ਦੀ ਗੱਲ ਕਰਦੇ ਪਏ ਹਾਂ। ਸਰੂਪ ਤਾਂ ਸੈਂਕੜੇ ਹੋਰ ਵੀ ਇੱਦਾਂ ਇਹਨਾਂ ਨੇ ਗੁੰਮ ਕੀਤੇ ਜ਼ਰੂਰ ਹੋਣਗੇ, ਜਿਨ੍ਹਾਂ ਵਿੱਚੋਂ 328 ਸਰੂਪ ਅਸੀਂ ਕਹਿ ਲਓ ਇਹਨਾਂ ਦੀ ਆਪਣੀ ਰਿਪੋਰਟ ਨੇ ਆਇਡੈਂਟੀਫਾਈ ਕਰ ਦਿੱਤੇ ਆ, ਲੇਕਿਨ ਇਹਦੇ ਨਾਲ ਕਿੰਨੇ ਹੋਰ ਸਰੂਪ ਤੁਸੀਂ ਆਪ ਹੀ ਸੋਚ ਲਓ, ਜਿੱਥੇ ਇੰਨੀ 328 ਆਸੇ ਪਾਸੇ ਇੱਧਰ ਉੱਧਰ ਕਰ ਦਿੱਤੇ, ਕਿੰਨੇ ਹੋਰ ਕੀਤੇ ਹੋਣਗੇ ਇਹਨਾਂ ਨੇ ਆਪ। ਸੋ ਪਰ ਆਓ 84 ਦਾ ਜਿਹੜਾ ਲੁੱਟਿਆ ਸਾਡਾ ਪਵਿੱਤਰ ਮਾਲ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ, ਉਹਨਾਂ ਦਾ ਹਿਸਾਬ ਨਹੀਂ ਅਸੀਂ ਇਹਨਾਂ ਤੋਂ ਮੰਗ ਰਹੇ। ਉਹਦਾ ਹਿਸਾਬ ਕੀ, ਕਿੱਥੇ ਗਿਆ, ਕੀ ਮੋੜਿਆ ਗਿਆ, ਕੀ ਹੋਇਆ, ਕੀ ਨਹੀਂ ਹੋਇਆ। ਇੱਕ ਵੀਰ ਡਾਕਟਰ ਅਨੁਰਾਗ ਸਿੰਘ ਨੇ, ਉਹਨਾਂ ਦੀਆਂ ਤੁਸੀਂ YouTube 'ਤੇ ਕਈ ਕੁਝ ਭਾਸ਼ਣ ਸੁਣ ਸਕਦੇ ਹੋ, ਜੋ ਇਹਨਾਂ ਦੇ ਵਿੱਚ ਸੀਗਾ, ਤਾਂ ਜਿਸ ਨੇ ਇਹਨਾਂ ਬਾਰੇ ਕਈ ਕੁਝ ਖੁਲਾਸਾ ਕੀਤਾ ਕਿ ਇਹਨਾਂ ਨੇ ਜੋ ਗੁੰਮ ਕੀਤੀਆਂ, ਗਵਾਚੀਆਂ, ਵੇਚੀਆਂ, ਇੱਧਰ ਉੱਧਰ ਕੀਤੀਆਂ, ਉਹ ਗੱਲਾਂ ਉਹਨਾਂ ਨੇ ਬੜੇ ਸਪਸ਼ਟ ਪੇਸ਼ ਕੀਤੀਆਂ। ਔਰ ਉਹ ਇਹ ਵੀ ਦੱਸ ਰਹੇ ਨੇ ਕਿ ਇਹਨਾਂ ਦੀ ਪੇਸ਼ੀ ਵੀ ਆ ਰਹੀ ਹੈ ਛੇਤੀ ਇੱਕ ਹਾਈ ਕੋਰਟ ਦੇ ਵਿੱਚ, ਇੰਡੀਆ ਦੇ ਵਿੱਚ ਹੀ 6 ਅਕਤੂਬਰ ਨੂੰ, ਜਿੱਥੇ ਸ਼੍ਰੋਮਣੀ ਕਮੇਟੀ ਇੱਕ ਰਿਸਪੋਂਡੈਂਟ ਹੈ, ਜਵਾਬਦੇਹ ਹੈ ਕਿ ਤੁਹਾਨੂੰ ਕਿਹੜਾ ਕਿਹੜਾ ਮਾਲ ਇੰਡੀਅਨ ਸਰਕਾਰ ਨੇ ਮੁੜ ਕੇ ਮੋੜਿਆ ਹੋਇਆ ਹੈ, ਕਿ ਉਹਦਾ ਪੂਰਾ ਲੇਖਾ ਜੋਖਾ ਦਿੱਤਾ ਜਾਵੇ। ਸੋ ਵੀਰੋ ਇਹ ਗੱਲ ਭੁੱਲੋ ਨਾ ਕਿ ਅੱਜ ਅਸੀਂ 328 ਸਰੂਪਾਂ ਦੀ ਮੰਗ ਕਰ ਰਹੇ ਹਾਂ, ਕਿੱਧਰ ਗਏ, ਕੀ ਹੋਇਆ, ਕਿਹਨੇ ਕੀ ਕੀਤਾ। ਇਹਨਾਂ ਦਾ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮਾਲ ਹੈ, ਉਹਦਾ ਵੀ ਲੇਖਾ ਜੋਖਾ ਵਿੱਚ ਸ਼ਾਮਲ ਕਰੋ। ਸੋ ਇਹ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ। ਔਰ ਆਖਰੀ ਬੇਨਤੀ ਮੈਂ ਇਹ ਕਹਿ ਦੇਵਾਂ ਕਿ ਜੋ ਇਹਨਾਂ ਨੇ ਕਰਤੂਤਾਂ ਰਲ ਮਿਲ ਕੇ ਇਹ ਕਰ ਰਹੇ ਨੇ, ਜ਼ਾਲਮ ਪੁਲਿਸ ਫੋਰਸਾਂ ਨੂੰ ਸਰੋਪੇ ਦੇ ਰਹੇ ਨੇ, ਰਾਮ ਰਹੀਮ ਵਰਗੇ ਗੁੰਡਿਆਂ ਨੂੰ ਇਹ ਮਾਫੀਆਂ ਦਵਾ ਰਹੇ ਨੇ, ਹੋਰ ਕਈ ਕੁਝ ਜਿਹੜਾ ਇਹ ਖਿਲਵਾੜ ਕਰ ਰਹੇ ਨੇ ਦਰਬਾਰ ਸਾਹਿਬ ਦੇ ਵਿੱਚ, ਦਰਬਾਰ ਸਾਹਿਬ ਤੋਂ ਬਾਹਰ, ਸਿੱਖੀ ਦਾ, ਪੰਜਾਬ ਦਾ, ਸਾਡੀ ਇਨਸਾਨੀਅਤ ਦਾ, ਸਾਡੀ ਕੌਮੀਅਤ ਦਾ, ਸਾਡੇ ਗੁਰੂਆਂ ਦਾ। ਇਹ ਵੀਰੋ ਆਖੋ ਆਪਣੇ ਆਪ ਨੂੰ ਇੱਕ ਸਵਾਲ ਕਿ ਇਹ ਮਸਰ ਰੰਗੜ ਦੀਆਂ ਕਰਤੂਤਾਂ ਤੋਂ ਘੱਟ ਹੈ, ਕਿ ਇਹ ਜ਼ਕਰੀਆ ਖਾਨ ਦੀਆਂ ਕਰਤੂਤਾਂ ਤੋਂ ਘੱਟ ਹੈ, ਕਿ ਇਹ ਨਰੈਣੂ ਤੇ ਮਹੰਤਾਂ ਦੀਆਂ ਕਰਤੂਤਾਂ ਤੋਂ ਘੱਟ ਹੈ। ਮੈਂ ਫੇਰ ਜ਼ਿਕਰ ਕਰਦਾ ਕਿ ਇਹ ਮਸਰ ਰੰਗੜ ਦੀਆਂ ਕਰਤੂਤਾਂ ਤੋਂ ਘੱਟ ਹੈ, ਇਹ ਜ਼ਕਰੀਆ ਖਾਨ ਦੀਆਂ ਕਰਤੂਤਾਂ ਤੋਂ ਘੱਟ ਹੈ, ਇਹ ਨਰੈਣਿਆਂ ਤੇ ਮਹੰਤਾਂ ਦੀਆਂ ਕਰਤੂਤਾਂ ਤੋਂ ਘੱਟ ਹੈ ਨਹੀਂ। ਸੋ ਇਹ ਗੱਲ ਬੜੀ ਸੋਚ ਨਾ ਸਮਝੋ ਕਿ ਇਹ ਜੋ ਇਹ ਕਰ ਰਹੇ ਆ ਐਡੇ ਵੱਡੇ ਪਾਪ, ਇਹਨਾਂ ਤੋਂ ਸਿਰਫ ਮਾਫੀ ਮੰਗਵਾਉਣੀ, ਅਸਤੀਫੇ ਮੰਗਵਾਉਣੇ, ਜਾਂ ਇੱਦਾਂ ਦੀਆਂ ਪੋਲੀਆਂ ਗੱਲਾਂ ਮੰਗਵਾਉਣੀਆਂ, ਇਹੀ ਠੀਕ ਨਹੀਂ ਹੈ, ਇਹੀ ਬਸ ਨਹੀਂ ਹੈ। ਇਹ ਜੋ ਪਾਪੀ ਨੇ, ਇਹ ਜੋ ਮਸਰ ਰੰਗੜ ਅੱਜ ਜੰਮ ਪਏ ਨੇ,
ਜੋ ਜ਼ਕਰੀਆ ਖਾਨ ਜੰਮ ਪਏ ਨੇ, ਜੋ ਦੋਗਰੇ ਜੰਮ ਪਏ ਨੇ, ਜੋ ਨਰੈਣੇ ਜੰਮ ਪਏ ਨੇ, ਇਹਨਾਂ 'ਤੇ ਕਾਰਵਾਈ ਜਿਹੜੀ ਹੈ ਇਹ ਤੋਂ ਕਿਤੇ ਵੱਡੀ ਹੋਣੀ ਚਾਹੀਦੀ ਹੈ। ਘੱਟੋ ਘੱਟ ਇਹਨਾਂ ਨੂੰ ਪੂਰਾ ਖਾਰਜ ਕੀਤਾ ਜਾਵੇ ਔਰ ਇਹਨਾਂ ਤੋਂ ਸਾਰਾ ਹੀ ਸ਼ਕਤੀ ਜੋ ਸ਼੍ਰੋਮਣੀ ਕਮੇਟੀ ਦੀ ਹੈ, ਪੰਥ ਆਪਣੇ ਹੱਥ ਵਿੱਚ ਲਵੇ, ਪੰਥ ਆਪਣਾ ਆਜ਼ਾਦ ਖੁਦ ਮੁਖਤਿਆਰ ਢਾਂਚਾ ਬਣਾਵੇ। ਔਰ ਇਹ ਵੀ ਆਪਣੇ ਆਪ ਨੂੰ ਪੁੱਛੋ ਵੀਰੋ ਭੈਣੋ ਕਿ ਸਾਡੇ ਗੁਰੂ ਘਰ ਜੋ ਇੱਕ ਕਿਲੇ ਨੇ, ਨਾ ਕਿ ਇੱਕ ਪੂਜਾ ਸਥਾਨ ਨੇ, ਨਾ ਕਿ ਸਿਰਫ ਤੁਸੀਂ ਜਾਓ ਜੀ ਲਾਈਨ ਵਿੱਚ ਖੜ੍ਹ ਜਾਓ, ਮੱਥੇ ਟੇਕ ਜਾਓ 1 ਸਕਿੰਟ ਦੇ, ਵਾਹਿਗੁਰੂ ਦਾ ਨਾਮ ਲੈ ਲਓ, ਮਿੱਠਾ ਪ੍ਰਸ਼ਾਦ ਲੈ ਲਓ ਤਾਂ ਲੰਗਰ ਛਕ ਲਓ ਤਾਂ ਗਾਂ ਤੁਰੋ। ਜਿਨ੍ਹਾਂ ਲੋਕਾਂ ਨੇ ਇਹ ਇੱਕ ਰਸਮਬਾਜ਼ੀ ਬਣਾਈ ਹੋਈ ਹੈ, ਸਵੇਰ ਨੂੰ ਮੱਥਾ ਟੇਕ ਦੇਣਾ ਤਾਂ ਰਾਤ ਨੂੰ ਕਿ ਮੇਰਾ ਦਿਲ ਦਹਾਰ ਲੰਘ ਜਾਵੇ ਮੱਥੇ ਟੇਕਣ ਨਾਲ ਹੀ। ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਮੱਥਿਆਂ ਟੇਕਣ ਦੇ ਨਾਲ ਸਿੱਖੀ ਨਹੀਂ ਹੈ, ਇੱਕ ਜੀਵਨ ਨਹੀਂ ਹੈ। ਤੁਸੀਂ ਆਪਣੇ ਦਿਲ ਦੇ ਨਾਲ ਮੱਥੇ ਟੇਕੋ, ਆਪਣੀ ਸਿੱਖੀ ਨੂੰ ਕਮਾਓ। ਇਹ ਸਿਰਫ ਇਹਨੂੰ ਪੜ੍ਹੋ ਨਾ, ਸੁਣੋ ਨਾ, ਇਹਨੂੰ ਕਮਾਓ। ਇੱਕ ਕਮਾਓ ਵਾਲੀ ਜੀਵਨ ਹੈ। ਇਹੀ ਇਹਦਾ ਫਰਕ ਹੈ ਹਿੰਦੂ ਮਤ ਦੇ ਨਾਲ, ਹੋਰਨਾਂ ਦੁਨੀਆ ਦੀਆਂ ਮਤਾਂ ਦੇ ਨਾਲ। ਇੱਕ ਜੀਵਨ ਕਮਾਓ ਵਾਲੀ ਗੱਲ ਹੈ। ਸਿੱਖੀ ਜੀਵਨ ਜੀਣ ਵਾਲੀ ਗੱਲ ਹੈ। ਗ੍ਰਸਤੀ, ਦਇਆ, ਸਰਬੱਤ ਦਾ ਭਲਾ, ਬਰਾਬਰਤਾ, ਇਨਸਾਫ ਤੇ ਕਈ ਕੁਝ ਹੋਰ, ਕੁਦਰਤ ਦੀ ਸੇਵਾ ਸੰਭਾਲ ਇੱਕ ਜੀਵਨ ਹੈ। ਇਹੀ 10 ਗੁਰੂਆਂ ਦਾ ਜੀਵਨ ਐਸਾ ਚਮਕਦਾਰ ਜੀਵਨ ਹੈ ਜੋ ਸਾਰਾ ਇਹ ਮੂੰਹ ਬੋਲ ਦੀ ਤਸਵੀਰ ਹੈ। ਗੁਰਬਾਣੀ ਦਾ ਸਾਰੀ ਮੂੰਹ ਬੋਲ ਦੀ ਤਸਵੀਰ ਗੁਰੂਆਂ ਦਾ, 10 ਗੁਰੂਆਂ ਦਾ ਇੱਕ ਸਰਗਰਮ ਜੀਵਨ। ਸੋ ਇਹ ਬੇਨਤੀ ਹੈ ਕਿ ਆਓ ਇਹ ਜਿਹੜੇ ਦੁਸ਼ਮਣ, ਇਹ ਮੱਸੇ ਰੰਗੜ, ਇਹ ਜ਼ਕਰੀਆ ਖਾਨ, ਇਹ ਦੋਗਰੇ, ਇਹ ਨਰੈਣੇ, ਇਹ ਮਹੰਤ, ਇਹਨਾਂ ਦੀ ਪੂਰੀ ਸਮਝਦਾਰੀ ਕਰੋ ਔਰ ਇਹਨਾਂ ਦਾ ਅਸਲੀ ਜਿਹੜਾ ਜਵਾਬ ਹੈ ਉਹ ਸੋਚ ਸਮਝ ਕੇ ਦਿਓ। ਪੰਥ ਆਪਣਾ ਆਜ਼ਾਦ ਖੁਦ ਮੁਖਤਿਆਰ ਢਾਂਚਾ ਬਣਾਵੇ ਗੁਰਦੁਆਰਿਆਂ ਨੂੰ ਸਾਂਭਣ ਲਈ। ਸਾਡੇ ਗੁਰੂ ਕਿਲੇ ਨੇ, ਸਿੱਖੀ ਦੇ ਕਿਲੇ ਨੇ, ਪੰਜਾਬ ਦੇ ਕਿਲੇ ਨੇ। ਔਰ ਉਹ ਸਮਾਂ ਸੀ ਪੁਰਾਣਾ ਸਾਡੇ ਇਤਿਹਾਸ ਵਿੱਚ, ਅੰਗਰੇਜ਼ ਜ਼ਾਲਮੀ ਰਾਜ ਦੇ ਆਉਣ ਤੋਂ ਪਹਿਲਾਂ, ਕਿ ਜਦ ਸਾਡੇ ਗੁਰੂ ਘਰ ਨਿਹੰਗ ਸਿੰਘਾਂ ਦੇ ਉਹ ਸੂਰਬੀਰ, ਖੂਬ ਸ਼ਕਲ ਵਾਲੇ, ਨੀਲੇ ਬਾਣੇ ਵਾਲੇ, ਖੂਬ ਸੋਚ ਵਾਲੇ, ਖੂਬ ਸਿੱਖੀ ਵਾਲੇ, ਜੋ ਉਸ ਵੇਲੇ ਉਹ ਗੁਰੂ ਘਰਾਂ ਨੂੰ ਇੱਕ ਕਿਲਿਆਂ ਵਾਂਗੋਂ, ਇਸ ਸੰਪੂਰਨ ਤੌਰ 'ਤੇ ਇੱਕ ਆਜ਼ਾਦ ਸ਼ਕਤੀਸ਼ਾਲੀ ਢਾਂਚਿਆਂ ਵਾਂਗੋਂ ਉਹਨਾਂ ਨੂੰ ਸਾਂਭਦੇ ਸੀ। ਅੱਜ ਵੀ ਮੈਂ ਨਿਹੰਗ ਸਿੰਘਾਂ ਨੂੰ, ਜਿਹੜੇ ਸੱਚੇ ਨਿਹੰਗ ਸਿੰਘ ਨੇ, ਅਫਸੋਸ ਜਿਵੇਂ ਸ਼੍ਰੋਮਣੀ ਕਮੇਟੀ ਵਿੱਚ ਗੰਦਗੀ, ਖਲਵਾਰ, ਭ੍ਰਿਸ਼ਟਾਚਾਰ, ਘਟੀਆਪੁਣਾ ਆ ਗਿਆ, ਕਈ ਸਾਰੇ ਸਾਡੇ ਨਿਹੰਗ ਸਿੰਘਾਂ ਵਿੱਚ ਵੀ ਆ ਚੁੱਕਾ ਹੈ ਔਰ ਕਈ ਸਾਡੇ ਹੋਰ ਅੰਗ ਸੰਗਾਂ ਵਿੱਚ ਕੀੜਿਆਂ ਵਾਂਗੋਂ ਉਹ ਖਰਾਬੀਆਂ ਆ ਚੁੱਕੀਆਂ। ਅੱਜ ਮੈਂ ਉਹ 1.25 ਲੱਖ ਨੀਲੇ ਬਾਣੇ ਵਾਲੇ, ਸਿੱਖੀ ਸੋਚ ਵਾਲੇ, ਰਾਜ ਕਰੇਗਾ ਖਾਲਸਾ ਵਾਲੇ, ਖਾਲਸਾ ਸੋਚ ਵਾਲੇ, ਪੰਥਕ ਸੋਚ ਵਾਲੇ, ਪੰਜਾਬ ਸੋਚ ਵਾਲੇ, ਉਹ ਨਿਹੰਗ ਸਿੰਘਾਂ ਨੂੰ ਫੇਰ ਦੁਹਰਾਉਣਾ ਕਿ ਆਓ, ਤੁਸੀਂ ਆਓ, ਮੋਹਰੇ ਆਓ, ਗੁਰੂ ਘਰਾਂ ਨੂੰ ਮੁੜ ਕੇ ਸਾਂਭੋ। ਇਹ ਤੁਹਾਡਾ ਹੱਕ ਹੈ, ਤੁਹਾਡਾ ਫਰਜ਼ ਹੈ। ਗੁਰੂ ਘਰਾਂ ਨੂੰ ਲਵੋ ਆਪਣੇ ਹੱਥ ਵਿੱਚ, ਇਹਨਾਂ ਨੂੰ ਸਹੀ ਤਰ੍ਹਾਂ ਚਲਾਓ ਤਾਂ ਆਹ ਗੰਦਮੰਦ ਜਿਹੜਾ ਬੈਠਾ ਹੈ ਵਿੱਚ, ਇਹਨਾਂ ਨੂੰ ਚੱਕ ਕੇ ਬਾਹਰ ਮਾਰੋ। ਸੋ ਅੱਜ ਸਾਡੀ ਲੜਾਈ ਸਿਰਫ 328 ਸਰੂਪਾਂ ਦੀ ਲੜਾਈ ਨਹੀਂ ਹੈ। ਸਾਡੀ ਲੜਾਈ ਸੰਪੂਰਨ ਆਪਣੇ ਪੰਥ ਦੀ ਹੋਂਦ ਬਾਰੇ ਹੈ, ਆਪਣੇ ਪੰਥਕ ਪੰਜਾਬੀ ਦੇਸ਼ ਬਾਰੇ ਹੈ, ਆਪਣੇ ਪੰਜਾਬੀ ਪੰਥਕ ਹੋਂਦ ਬਾਰੇ ਹੈ, ਸਾਡੇ ਆਪਣੇ ਰਾਜ ਭਾਗ ਬਾਰੇ ਹੈ, ਆਪਣੀ ਆਜ਼ਾਦੀ ਬਾਰੇ ਹੈ, ਸਾਡੀ ਖੁਦਮੁਖਤਿਆਰੀ ਬਾਰੇ ਹੈ ਔਰ ਆਪਣਾ ਗਾਂ ਦਾ ਭਵਿੱਖ ਸਾਂਭਣਾ ਔਰ ਉਹਨੂੰ ਆਪਣੇ ਹੱਥ ਵਿੱਚ ਲੈਣਾ। ਔਰ ਗੁਰੂ ਦੀ ਸਿੱਖਿਆ, ਇਤਿਹਾਸ ਦੀ ਸਿੱਖਿਆ, ਜੋ ਮਿਲਦੀ ਗਿਲਦੀ ਇੱਕ ਦੂਜੇ ਨਾਲ, कोई किसी को राज ना दे है, जो लय है निज बल से लय है। और बिना राज तो एक कौमी होंद, कौमी रहन बहन, कौमी सिक्ख्या,
कौमी कौमी मर्यादा, कौमी रहन बहन, कौमी भाषा, कौमी सारी साडी जो होंद है, बिना राज दी शक्तिशाली छत्र छाया तो बगैर, राज दी संपूर्णता तो बगैर, ये सारियां साडियां अंगां संगां, साडे ढाणियां, साडी जड़ां, ये सारियां खराब हो जानियां। यही तो राज का फायदा, यही तो राज का हक है साडा, यही तो राज का सानू सुख है। जो 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 तुसी बंदा सिंह जी बहादुर वेले, सिख मिसलों वेले, महाराजा रणजीत सिंह वेले ऑलरेडी देख चुके हो। उही राज गुरु नानक दा, गुरुआं दा राज, आओ असी उन्होंने मुड़ के स्थापित करिए, आओ असी हमला मारिए, आओ असी उसे पंजाब नूं मुड़ के रंग रंगीला बनाइए, उसे पंजाब नूं चढ़दी कला विच मुड़ के लियाइए। आओ अपना आज़ाद खुद मुख्तियार राज करेगा खालसा, एक बलवान शक्तिशाली पंजाबी खालसा नूं मुड़ के कायम करिए। वाहिगुरू जी का खालसा, वाहिगुरू जी की फतेह।